प्यारे विद्यार्थियों, अज के लैक्चर विच आपां डिस्कस करांगे अकाउंटिंग दे एडवांटेजेस, लाभ अते इस दे लिमिटेशनस की ने, सीमावां की ने। सो चीयर अप एंड गेट रेडी फॉर द टॉपिक। ये कहा जांदा दैट अ गुड सिस्टम ऑफ अकाउंटिंग इज़ अ स्टोर हाउस ऑफ वैल्यूएबल इन्फॉर्मेशन। कि जे अकाउंटिंग का एक बहुत वधिया सिस्टम साडी संस्था दे विच चलदा तां इह बहुत ही कीमती जानकारी दा एक बहुत वधिया खजाना हुंदा। सो इस संदर्भ दे विच असी अकाउंटिंग दे एडवांटेजेस, लाभां नूं डिस्कस करांगे। पहला जो एडवांटेज है वो है रिप्लेसमेंट ऑफ मैमरी। याददाश्त नूं रिप्लेस करदा। असीं ये जाणिया सी कि अकाउंटिंग दियां एंट्रीज़ नूं साडे लई मूँह जबानी याद रखना बहुत औखा है। जुबानी याद नहीं रखिया जा सकता। जिन्नी वो जानकारी है वो असीं रख ही नहीं सकते, क्योंकि साडे माइंड दी, साडे याद रखण दी जिहड़ी कैपेसिटी आ वो बहुत लिमिटेड हैगी आ, सीमित हैगी आ। इस करके सानू ये ज़रूरत पई कि असी डिफरेंट काइंड्स ऑफ बुक्स लगाइए जिहदे राहीं असी सारा व्यापार दा लेखा जोखा रखीए। सो इस करके जिहड़ा व्यापार दा एक सिस्टमैटिक सारा लेखा जोखा है वो तुहाडी मैमरी दी रिप्लेसमेंट है। सानू अपने दिमाग दे विच सारा कुछ याद रखण दी लोड़ नहीं रहनी। किस तो की लैना, किस तो की देना, किन्ना खरीदिया, किन्ना वेचिया। जदों अकाउंटिंग दा सिस्टम आ गया, जदों अकाउंटिंग दे सिस्टम नूं असीं रिटेन कर लिया तां वी नीड नॉट रिटेन एनीथिंग आर मैमरी। सानू रादर की होएगा, अकाउंटिंग दे सिस्टम विच साडे कोले सारी जानकारी होवेगी। उस तो अगे है हैल्पफुल इन टैक्स असैसमेंट। ਜਦੋਂ ਅਸੀਂ टैक्स ਦੀ ਅਸੈਸਮੈਂਟ ਕਰਨੀ ਆ ਕੰਪਨੀਆਂ ਨੂੰ, ਵਪਾਰਾਂ ਨੂੰ, ਛੋਟੇ ਵਪਾਰਾਂ ਨੂੰ, ਪਾਰਟਨਰਸ਼ਿਪਸ ਨੂੰ, ਤੁਹਾਨੂੰ ਪਤਾ ਵੱਖ-ਵੱਖ ਕਿਸਮ ਦੇ ਟੈਕਸ ਜਿਹੜੇ ਨੇ ਉਹ ਦੇਣੇ ਪੈਂਦੇ ਨੇ। ਜਿਵੇਂ ਵੈਲਿਊ ਐਡਡ ਟੈਕਸ ਹੈਗਾ, ਇਨਕਮ ਟੈਕਸ ਹੈਗਾ, GST ਹੈਗਾ, ਸੇਲ ਟੈਕਸ, ਬੜੇ ਤਰ੍ਹਾਂ ਦੇ ਟੈਕਸ ਜਿਹੜੇ ਹੈਗੇ ਨੇ। ਤਾਂ ਜਿਹੜੀ ਉਹ ਟੈਕਸ ਦੀ ਅਸੈਸਮੈਂਟ ਆ ਉਹ ਕਿਵੇਂ ਹੋਣੀ ਆ? ਜੇ ਤੁਹਾਡੇ ਕੋਲੇ ਅਕਾਊਂਟਿੰਗ ਇਨਫੋਰਮੇਸ਼ਨ ਹੈਗੀ ਆ, ਜੇ ਤੁਸੀਂ ਸਾਰੇ ਖਾਤੇ ਸਹੀ ਬਣਾਏ ਹੋਏ ਨੇ ਤਾਂ ਟੈਕਸ ਅਥਾਰਟੀਜ਼ ਤੁਹਾਡੇ ਖਾਤਿਆਂ ਦੇ ਆਧਾਰ ਤੇ ਤੁਹਾਡੀ ਜਿਹੜੀ ਕਰ ਦੀ ਜ਼ਿੰਮੇਵਾਰੀ ਹੈ, ਟੈਕਸ ਦੀ ਜ਼ਿੰਮੇਵਾਰੀ ਹੈ, ਉਹਦੀ ਕੈਲਕੂਲੇਸ਼ਨ ਕਰ ਲੈਣਗੇ। ਅਦਰਵਾਈਜ਼ ਕੀ ਹੁੰਦਾ, ਤੁਸੀਂ ਸੁਣਿਆ ਹੋਣਾ ਕਈ ਬਿਜ਼ਨਸਮੈਨ ਦੇ ਉੱਤੇ ਆ ਕੇ ਆਮਦਨ ਕਰ ਵਾਲੇ ਜਾਂ ਹੋਰ ਛਾਪੇ ਮਾਰਦੇ ਨੇ। ਉਹਨਾਂ ਨੂੰ ਪੁੱਛਦੇ ਤੁਹਾਡਾ ਹਿਸਾਬ ਕਿਤਾਬ, ਉਹਨਾਂ ਨੇ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਹੁੰਦਾ। ਫਿਰ ਉਹ ਵਿਭਾਗ ਵਾਲੇ ਕੀ ਕਰਦੇ ਨੇ, ਆਪਣੀ ਮਰਜ਼ੀ ਮੁਤਾਬਕ, ਆਪਣੀ ਸੂਝ-ਬੂਝ ਮੁਤਾਬਕ ਜਾਂ ਆਪਣੀਆਂ ਕੈਲਕੂਲੇਸ਼ਨਸ ਮੁਤਾਬਕ ਤੁਹਾਡੇ ਤੇ ਟੈਕਸ ਲਾ ਜਾਂਦੇ ਨੇ। ਜੇ ਸਹੀ ਅਕਾਊਂਟਿੰਗ ਦਾ ਸਿਸਟਮ ਹੈਗਾ ਫਿਰ ਸਾਨੂੰ ਜਿਹੜੀ ਆ ਕਿਸੇ ਕਿਸਮ ਦੀ ਦਿੱਕਤ ਨਹੀਂ। ਸਾਡੇ ਉਸ ਟੈਕਸ ਦੀ ਸਾਰੀ ਗਣਨਾ ਜਿਹੜੀ ਆ ਸਾਡੀ ਅਕਾਊਂਟਿੰਗ ਦੇ ਸਿਸਟਮ ਰਾਹੀਂ ਕੀਤੀ ਜਾ ਸਕਦੀ ਆ। ਅੱਗੇ ਆ ਜੀ ਪ੍ਰੀਵੈਂਟਸ ਫਰਾਡਸ। ਧੋਖਾ ਧੜੀਆਂ ਤੋਂ ਬਚਾਓ ਕਰਦੀ ਆ ਸਾਡਾ ਅਕਾਊਂਟਿੰਗ। ਕਿਵੇਂ ਕਰਦੀ ਆ? ਜਦੋਂ ਅਸੀਂ ਸਾਰਾ ਅਕਾਊਂਟ ਰੱਖਿਆ ਹੋਏਗਾ ਤਾਂ ਜਿੰਨੀਆਂ ਵੀ ਇਰੈਗੂਲੈਰਿਟੀਜ਼ ਨੇ, ਜਿੰਨੇ ਕੋਈ ਗੜਬੜਾਂ ਨੇ, ਠੱਗੀਆਂ ਨੇ, ਹੇਰਾ ਫੇਰੀਆਂ ਨੇ, ਉਹ ਚੈੱਕ ਹੋ ਜਾਣਗੀਆਂ। ਕਿਉਂਕਿ ਜਿਹੜਾ ਕੋਈ ਵੀ ਤੁਹਾਡਾ ਬੇਈਮਾਨ ਕਰਮਚਾਰੀ ਸਪੋਜ਼ ਤੁਹਾਡੇ ਕੋਲੇ ਆ ਗਿਆ, ਉਹਨੂੰ ਮੌਕਾ ਮਿਲੂਗਾ ਜੇ ਤੁਹਾਡੇ ਸਹੀ ਅਕਾਊਂਟਿੰਗ ਸਿਸਟਮ ਨਹੀਂ। ਪਰ ਜੇ ਅਕਾਊਂਟਿੰਗ ਸਿਸਟਮ ਸਹੀ ਆ, ਹਰ ਚੀਜ਼ ਆਈ ਕਿਤਾਬਾਂ 'ਚ ਐਂਟਰ ਹੋ ਗਈ, ਜਿਹੜੀ ਜਾ ਰਹੀ ਆ ਉਹ ਕਿਤਾਬਾਂ 'ਚ ਐਂਟਰ ਹੋ ਗਈ, ਤਾਂ ਉਹਦੇ ਨਾਲ ਕੀ ਹੋਏਗਾ, ਤੁਹਾਡੇ ਵਪਾਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਠੱਗੀ ਵੱਜਣ ਦੀ ਸੰਭਾਵਨਾ ਨਹੀਂ ਰਹੇਗੀ, ਕੋਈ ਹੇਰਾ ਫੇਰੀ ਹੋਣ ਦੀ ਸੰਭਾਵਨਾ ਨਹੀਂ ਰਹੇਗੀ, ਕੋਈ ਗੜਬੜ ਹੋਣ ਦੀ ਸੰਭਾਵਨਾ ਨਹੀਂ ਰਹੇਗੀ। ਅੱਗੇ ਐਡਵਾਂਟੇਜ ਹੈਗਾ ਬਿਜ਼ਨਸ ਵੈਲਿਊਏਸ਼ਨ। ਸਪੋਜ਼ ਤੁਸੀਂ ਆਪਣੇ ਵਪਾਰ ਨੂੰ ਵੇਚਣਾ ਜਾਂ ਕਿਸੇ ਦੇ ਵਪਾਰ ਨੂੰ ਖਰੀਦਣਾ। ਸਾਨੂੰ ਹੁਣ ਪਤਾ ਕਿਵੇਂ ਲੱਗੂ ਵਪਾਰ ਦਾ ਕੀ ਮੁੱਲ ਆ? ਜੇ ਅਕਾਊਂਟਿੰਗ ਸਿਸਟਮ ਹੈਗਾ, ਪ੍ਰੋਪਰ ਅਕਾਊਂਟਿੰਗ ਕੀਤੀ ਹੋਈ ਆ, ਉਸ ਆਧਾਰ ਦੇ ਉੱਤੇ ਸਾਨੂੰ ਪਤਾ ਲੱਗ ਜਾਏਗਾ ਕਿ ਇਸ ਵਪਾਰ ਦਾ ਮੁੱਲ ਕੀ ਆ, ਇਸ ਵਪਾਰ ਦੀ ਕੁੱਲ ਕੀਮਤ ਕੀ ਬਣਦੀ ਆ। ਉਸ ਆਧਾਰ ਦੇ ਉੱਤੇ ਅਸੀਂ ਜਿਹੜੀ ਉਹਦੀ ਵੈਲਿਊਏਸ਼ਨ ਕਰ ਲਵਾਂਗੇ ਕਿ ਇਹ ਵਪਾਰ ਦਾ ਕੁੱਲ ਇੰਨਾ ਮੁੱਲ ਬਣਦਾ ਅਤੇ ਉਸ ਬਿਜ਼ਨਸ ਨੂੰ ਖਰੀਦ ਜਾਂ ਵੇਚ ਲਵਾਂਗੇ। ਦੈਨ ਅਗਲਾ ਜਿਹੜਾ ਇਹਦਾ ਐਡਵਾਂਟੇਜ ਆ ਉਹ ਹੈ ਹੈਲਪਸ ਇਨ ਡੈਟ ਕਲੈਕਸ਼ਨ। ਲੋਕਾਂ ਤੋਂ ਜਿਹੜੇ ਪੈਸੇ ਲੈਣੇ ਆ ਉਹਦੀ ਕਲੈਕਸ਼ਨ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਆ। ਕਿਵੇਂ? ਮੂੰਹ ਜ਼ਬਾਨੀ ਅਸੀਂ ਬੜਾ ਕੁਝ ਭੁੱਲ ਸਕਦੇ ਵੀ ਕੀ ਤੋਂ ਲੈਣੇ ਆ, ਕੀ ਤੋਂ ਨਹੀਂ ਲੈਣੇ। ਜਦੋਂ ਅਸੀਂ ਅਕਾਊਂਟਿੰਗ ਦਾ ਪ੍ਰੋਪਰ ਸਿਸਟਮ ਰੱਖਿਆ, ਕਿਸੇ ਨੇ ਸਾਡੇ ਤੋਂ ਉਧਾਰ ਚੀਜ਼ਾਂ
ਖਰੀਦੀਆਂ, ਅਸੀਂ ਨਾਲ ਦੀ ਨਾਲ ਉਹਦੀ ਐਂਟਰੀ ਕਰ ਲਈ, ਉਹਦਾ ਰਿਕਾਰਡ ਸਾਰਾ ਬਣਾ ਲਿਆ। ਉਹ ਰਿਕਾਰਡ ਸਾਡੇ ਕੋਲੇ ਇਕੱਠਾ ਹੁੰਦਾ ਜਾਊਗਾ, ਇੱਕ ਜਗ੍ਹਾ ਤੇ ਲੈਜਰ 'ਚ ਉਹਦੀ ਕਲਾਸੀਫਿਕੇਸ਼ਨ ਹੋ ਜੂ, ਸਾਨੂੰ ਪਤਾ ਲੱਗ ਜੂ ਕਿਹੜੇ ਬੰਦੇ ਤੋਂ ਅਸੀਂ ਕਿੰਨੇ ਪੈਸੇ ਲੈਣੇ ਆ। ਤੇ ਜਦੋਂ ਸਾਨੂੰ ਪਤਾ ਹੋਊਗਾ ਅਸੀਂ ਬੜੀ ਆਸਾਨੀ ਦੇ ਨਾਲ ਉਹ ਸਾਰੇ ਪੈਸੇ ਜਿਹੜੇ ਆ ਕਲੈਕਟ ਕਰ ਸਕਾਂਗੇ। ਸਾਨੂੰ ਪੈਸਿਆਂ ਦੀ ਕਲੈਕਸ਼ਨ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਊਗੀ। ਅਗਲਾ ਐਡਵਾਂਟੇਜ ਇਹਦਾ ਹੈਗਾ ਹੈਲਪਫੁਲ ਇਨ ਪਲੈਨਿੰਗ, ਯੋਜਨਾਬੰਦੀ ਦੇ ਵਿੱਚ ਸਾਡੀ ਸਹਾਇਤਾ ਕਰਦੀ ਆ। ਯੋਜਨਾਬੰਦੀ ਅਸੀਂ ਕਈ ਕਿਸਮ ਦੀ ਕਰਨੀ ਆ। ਕਿਵੇਂ? ਅਸੀਂ ਭਵਿੱਖ 'ਚ ਕੋਈ ਸੰਪਤੀਆਂ ਖਰੀਦਣੀਆਂ ਨਹੀਂ ਖਰੀਦਣੀਆਂ, ਕਿਹੜੀ ਚੀਜ਼ ਦੀ ਸਾਨੂੰ ਲੋੜ ਪੈ ਸਕਦੀ ਆ, ਅਸੀਂ ਭਵਿੱਖ 'ਚ ਬਿਜ਼ਨਸ 'ਚ ਕਿਹੋ ਜਿਹਾ ਵਾਧਾ ਕਰਨਾ, ਕਿਹੋ ਜਿਹਾ ਨਹੀਂ ਕਰਨਾ, ਅਸੀਂ ਕਿਸੇ ਪ੍ਰੋਡਕਟ ਨੂੰ ਵੇਚਣੋਂ ਰੋਕਣਾ ਜਾਂ ਨਹੀਂ ਰੋਕਣਾ, ਅਸੀਂ ਕੋਈ ਨਵੀਆਂ ਚੀਜ਼ਾਂ ਲੈ ਕੇ ਆਉਣੀਆਂ ਜਾਂ ਨਹੀਂ ਆਉਣੀਆਂ। ਇਹ ਸਾਰਾ ਕੁਝ ਕਿਵੇਂ ਪਤਾ ਲੱਗੂ? ਅਕਾਊਂਟਿੰਗ ਸਿਸਟਮ, ਕਿਉਂਕਿ ਸਾਡੇ ਕੋਲ ਅਕਾਊਂਟਿੰਗ ਮੇਨਟੇਨ ਆ, ਸਾਨੂੰ ਇਹ ਪਤਾ ਹੈਗਾ ਕਿਹੜੀ ਚੀਜ਼ ਸਾਨੂੰ ਜਿਹੜੀ ਆ ਸਹੀ ਚੱਲ ਰਹੀ ਆ, ਕਿਹੜੀ ਵਸਤੂ ਸਾਡੀ ਸਹੀ ਨਹੀਂ ਚੱਲ ਰਹੀ, ਕਿਹੜੀ ਚੀਜ਼ ਤੋਂ ਸਾਨੂੰ ਘਾਟਾ ਪੈ ਰਿਹਾ, ਕਿਹੜੀ ਚੀਜ਼ ਤੋਂ ਸਾਨੂੰ ਘਾਟਾ ਨਹੀਂ ਪੈ ਰਿਹਾ। ਉਸ ਆਧਾਰ ਦੇ ਉੱਤੇ ਅਸੀਂ ਸਾਰੀ ਜਿਹੜੀ ਆ ਪਲਾਨਿੰਗ ਕਰ ਲਾਂਗੇ, ਕਿਹੜੀਆਂ ਅਸੀਂ ਫਿਕਸਡ ਐਸੈਟਸ ਲੈਣੀਆਂ ਨੇ, ਕਿਹੜੀਆਂ ਅਸੀਂ ਕਰੰਟ ਐਸੈਟਸ ਖਰੀਦਣੀਆਂ ਨੇ, ਸਾਡੇ ਕੋਲ ਫੰਡ ਕਿੰਨੇ ਪਏ ਨੇ ਸਾਰਾ ਅਗਲੇ ਸਮੇਂ ਲਈ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ, ਜਦੋਂ ਸਾਡੇ ਕੋਲ ਰਿਕਾਰਡ ਹੈਗਾ ਨਾ, ਉਸ ਸਾਰੇ ਰਿਕਾਰਡ ਨੂੰ ਰੱਖ ਕੇ ਧਿਆਨ 'ਚ ਅਸੀਂ ਭਵਿੱਖ ਦੀ ਯੋਜਨਾ ਕਰਦੇ ਹਾਂ। ਕਿਉਂਕਿ ਯੋਜਨਾਬੰਦੀ ਟੱਲਿਆਂ ਨਾਲ ਨਹੀਂ ਹੋਣੀ, ਅਨੁਮਾਨ ਨਾਲ ਨਹੀਂ ਹੋਣੀ। ਯੋਜਨਾਬੰਦੀ ਕਰਨ ਲਈ ਸਾਡੇ ਕੋਲੇ ਕੋਈ ਆਧਾਰ ਚਾਹੀਦਾ, ਤੇ ਉਹ ਆਧਾਰ ਕੀ ਆ? ਉਹ ਆਧਾਰ ਤੁਹਾਡੀ ਅਕਾਊਂਟਿੰਗ ਹੈਗੀ ਆ ਜਿਹੜੀ ਤੁਸੀਂ ਰੱਖੀ ਹੋਈ ਆ। ਉਸ ਤੋਂ ਬਾਅਦ ਇਹ ਹੈ ਜੀ ਫੰਡ ਰੇਜ਼ਿੰਗ ਬਿਕਮਸ ਈਜ਼ੀ। ਜੇ ਤੁਸੀਂ ਫੰਡ ਰੇਜ਼ ਕਰਨਾ, ਕੁਝ ਫੰਡ ਚਾਹੀਦੇ ਆ, ਤੁਹਾਨੂੰ ਪੈਸਿਆਂ ਦੀ ਲੋੜ ਪੈ ਗਈ, ਤੁਸੀਂ ਬੈਂਕ ਕੋਲੇ ਜਾਂਦੇ ਹੋ ਕਿ ਜੀ ਸਾਨੂੰ ਲੋਨ ਚਾਹੀਦਾ, ਬੈਂਕ ਨੇ ਐ ਤਾਂ ਦੇਣਾ ਨਹੀਂ ਵੀ ਲੈ ਜਾਓ ਜੀ। ਬੈਂਕ ਕਹੂਗਾ ਭਾਈ ਤੁਹਾਡੇ ਬਿਜ਼ਨਸ ਦੀ ਮੇਰੇ ਕੋਲੇ ਬੈਲੈਂਸ ਸ਼ੀਟ ਲੈ ਕੇ ਆਓ, ਤੁਹਾਡੀ ਇਨਕਮ ਸਟੇਟਮੈਂਟ ਲੈ ਕੇ ਆਓ, ਮੈਨੂੰ ਪਤਾ ਲੱਗੇ ਬੈਂਕ ਨੂੰ ਕਿ ਤੁਹਾਨੂੰ ਕੀ ਲਾਭ ਵੀ ਹੋ ਰਿਹਾ, ਕੀ ਤੁਹਾਡੇ ਕੋਲੇ ਕੋਈ ਐਸੈਟਸ ਹੈਗੀਆਂ ਨੇ। ਜਦੋਂ ਉਹ ਸਾਰਾ ਕੁਝ ਦੇਖ ਲੈਣਗੇ, ਜੇ ਉਹ ਸੈਟੀਸਫਾਈ ਹੋ ਜਾਣਗੇ ਕਿ ਇਹਨਾਂ ਦੀ ਅਕਾਊਂਟਿੰਗ ਸਿਸਟਮ ਐਪਰੋਪਰੀਏਟ ਹੈਗਾ, ਇਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਚੰਗੀ ਹੈਗੀ ਆ, ਤਾਂ ਬੈਂਕ ਤੁਹਾਨੂੰ ਲੋਨ ਦੇ ਦੇਗਾ। ਇਸੇ ਤਰ੍ਹਾਂ ਹੀ ਜੇ ਬੈਂਕ ਤੋਂ ਇਲਾਵਾ ਤੁਸੀਂ ਕਿਸੇ ਤੋਂ ਉਧਾਰ ਚੀਜ਼ਾਂ ਲੈਣੀਆਂ ਨੇ, ਕ੍ਰੈਡਿਟ ਰੇਜ਼ਿੰਗ ਕਰਨੀ ਆ, ਇਸੇ ਤਰ੍ਹਾਂ ਤੁਸੀਂ ਕਿਸੇ ਤੋਂ ਵੈਸੇ ਰੇਜ਼ਿੰਗ ਕਰਨੀ ਆ, ਉਹ ਸਾਰੇ ਲਈ ਤੁਹਾਡੇ ਕੋਲੇ ਆਧਾਰ ਕੀ ਆ? ਉਹ ਆਧਾਰ ਤੁਹਾਡੀ ਅਕਾਊਂਟਿੰਗ ਹੀ ਆ। ਜੇ ਅਕਾਊਂਟਿੰਗ ਨਾ ਹੋਵੇ, ਕੋਈ ਹਿਸਾਬ ਕਿਤਾਬ ਨਾ ਹੋਵੇ, ਤਾਂ ਤੁਸੀਂ ਫੰਡ ਨੂੰ ਰੇਜ਼ ਨਹੀਂ ਕਰ ਸਕੋਗੇ। ਦੈਨ ਐਵੀਡੈਂਸ ਇਨ ਦਾ ਕੋਰਟ, ਤੁਹਾਡੇ 'ਚ ਕਿਸੇ ਨੇ ਤੁਹਾਡੇ ਖਿਲਾਫ ਕੋਰਟ 'ਚ ਅਦਾਲਤ 'ਚ ਮੁਕੱਦਮਾ ਕਰਤਾ, ਕੇਸ ਕਰਤਾ, ਤੁਸੀਂ ਕਿਸੇ ਤੋਂ ਪੈਸੇ ਲੈਣੇ ਸੀ, ਉਹ ਕਹਿੰਦਾ ਮੈਂ ਤਾਂ ਦੇਣੇ ਨਹੀਂ, ਹੈ ਹੀ ਨਹੀਂ ਵੀ ਮੇਰੇ ਕੋਲ ਤਾਂ ਪੈਸੇ, ਮੈਂ ਇਹਨਾਂ ਦੇ ਦੇਣੇ ਨਹੀਂ, ਤੁਸੀਂ ਕੇਸ ਕਰਤਾ। ਹੁਣ ਜੇ ਤੁਸੀਂ ਵੈਸੇ ਹੀ ਜਾ ਕੇ ਕਹੋਗੇ ਕਿ ਜੇ ਇਹ ਤੋਂ ਪੈਸੇ ਲੈਣੇ ਆ, ਸਿੱਧੀ ਨਹੀਂ ਹੋ ਸਕਦਾ। ਜਦੋਂ ਤੁਸੀਂ ਉਹਦਾ ਪ੍ਰੋਪਰ ਬਿੱਲ ਕੱਟਿਆ ਹੋਇਆ ਕਿ ਇਸ ਨੂੰ ਇੰਨਾ ਉਧਾਰ ਸਮਾਨ ਵੇਚਿਆ, ਤੁਸੀਂ ਉਹਦੀ ਕਿਤਾਬਾਂ 'ਚ ਐਂਟਰੀ ਕੀਤੀ ਹੋਈ ਆ, ਤੁਹਾਡੀ ਬੈਲੈਂਸ ਸ਼ੀਟ ਦੇ ਵਿੱਚ ਉਹਦੇ ਨਾਂ ਰਾਸ਼ੀ ਖੜੀ ਆ, ਤਾਂ ਤੁਸੀਂ ਅਦਾਲਤ 'ਚ ਜਾ ਕੇ ਸਾਰੇ ਰਿਕਾਰਡ ਪੇਸ਼ ਕਰ ਦੋਗੇ, ਔਰ ਉਹਨਾਂ ਰਿਕਾਰਡਾਂ ਦੇ ਆਧਾਰ 'ਤੇ ਤੁਹਾਡਾ ਜਿਹੜਾ ਹੈ ਫੈਸਲਾ ਤੁਹਾਡੇ ਹੱਕ 'ਚ ਹੋ ਸਕਦਾ। ਜੇ ਤੁਹਾਡੇ ਕੋਲ ਬੁੱਕਸ ਆਫ ਅਕਾਊਂਟਸ ਹੀ ਨਹੀਂ ਹੈਗੀਆਂ, ਫਿਰ ਤੁਸੀਂ ਕੁਝ ਨਹੀਂ ਕਰ ਸਕੋਗੇ। ਦੈਨ ਕੰਪੈਰੀਜ਼ਨ, ਤੁਲਨਾ ਕਰਨੀ ਆ। ਤੁਲਨਾ ਕਿਹਦੇ ਨਾਲ ਕਰਨੀ ਆ? ਜੇ ਸਾਡੇ ਕੋਲੇ ਖਾਤੇ ਨੇ, ਦੋ ਕਿਸਮ ਦੀ ਤੁਲਨਾ ਹੋ ਸਕਦੀ ਹੈ। ਇੱਕ ਤਾਂ ਆਪਣੀ ਹੀ ਤੁਲਨਾ ਆਪਣੇ ਪਹਿਲੇ ਸਾਲਾਂ ਨਾਲ, ਇੱਕ ਦੂਜੇ ਕਿਸੇ ਵਪਾਰ ਨਾਲ ਤੁਲਨਾ। ਤੁਸੀਂ ਆਪਣੇ ਪਹਿਲੇ ਸਾਲਾਂ ਨਾਲ ਤੁਲਨਾ ਕਰਨੀ ਆ ਕਿ ਪਹਿਲੇ ਸਾਲ ਦੀ ਨਿਸਬਤ ਸਾਡੇ ਕੋਲੇ ਐਤਕੀ ਕੋਈ ਵਾਧਾ ਹੋਇਆ ਜਾਂ ਨਹੀਂ ਹੋਇਆ, ਕੀ ਤਬਦੀਲੀ ਆਈ ਜਾਂ ਨਹੀਂ ਆਈ। ਇਹ ਸਾਰੀ ਜਿਹੜੀ ਤੁਲਨਾ ਤਾਂ ਹੋ ਸਕੇਗੀ ਜੇਕਰ ਤੁਹਾਡੇ ਸਾਰੇ ਸਾਲਾਂ ਦੇ ਖਾਤੇ ਪ੍ਰੋਪਰ ਰੱਖੇ ਹੋਏ ਨੇ। ਇਸੇ ਤਰ੍ਹਾਂ ਤੁਸੀਂ ਕਿਸੇ ਦੂਜੇ ਵਪਾਰ ਨਾਲ ਤੁਲਨਾ ਕਰਨੀ ਚਾਹੁੰਦੇ ਹੋ ਕਿ ਜਿਹੜਾ ਸਾਡਾ ਨਾਲ ਦਾ ਕੰਪੀਟੀਟਰ ਦਾ ਵਪਾਰ ਆ ਉਹ ਕਿਵੇਂ ਚੱਲ ਰਿਹਾ, ਉਹਨੂੰ ਵੀ ਦੇਖਣ ਲਈ ਤੁਹਾਨੂੰ ਕੀ ਕਰਨਾ ਪਊਗਾ? ਸਾਰੀ ਜਿਹੜੀ ਹੈ ਟੋਟਲ ਯੋਜਨਾਬੰਦੀ ਕਰਨੀ ਪਊਗੀ, ਟੋਟਲ ਸਾਰਾ ਕੁਝ ਦੇਖਣਾ ਪਊਗਾ। ਦੈਨ ਅਸਰਟਨਮੈਂਟ ਆਫ ਪ੍ਰੋਫਿਟ ਔਰ ਲਾਸ, ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ, ਅਕਾਊਂਟਿੰਗ ਦਾ ਉਦੇਸ਼ ਹੀ ਇਹੀ ਹੈ। ਇਹ ਬਹੁਤ ਵੱਡਾ ਲਾਭ ਆ ਕਿ ਅਕਾਊਂਟਿੰਗ ਦੇ ਜ਼ਰੀਏ ਤੁਹਾਨੂੰ ਇਹ ਪਤਾ ਲੱਗ ਸਕਦਾ ਕਿ ਕਿਸੇ ਪਰਟੀਕੂਲਰ ਸਾਲ ਦੇ ਵਿੱਚ ਤੁਹਾਡੇ ਵਪਾਰ ਨੂੰ ਲਾਭ ਹੋਏ, ਹਾਨੀ ਹੋਈ, ਕਿੰਨੇ ਲਾਭ ਹੋਏ, ਕਿੰਨੀ ਹਾਨੀ ਹੋਈ। ਤੁਲਨਾ ਕਰਕੇ ਇਹ ਵੀ ਪਤਾ ਲੱਗ ਸਕਦਾ ਕਿ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਸਾਡੇ ਕੋਲੇ ਲਾਭ ਵਧੇ ਨੇ ਜਾਂ ਘਟੇ ਨੇ, ਸਾਡੀ ਸੇਲ ਵਧੀ ਆ ਜਾਂ ਘਟੀ ਆ, ਸਾਡੇ ਖਰਚੇ ਵਧੇ ਨੇ ਜਾਂ ਘਟੇ ਨੇ, ਇਹ ਸਾਨੂੰ ਪਤਾ ਲੱਗ ਸਕਦਾ। ਦੈਨ ਅਗਲਾ ਐਡਵਾਂਟੇਜ ਹੈਗਾ ਅਸਰਟਨਮੈਂਟ ਆਫ ਫਾਈਨੈਂਸ਼ੀਅਲ ਪੋਜੀਸ਼ਨ। ਤੁਹਾਨੂੰ ਵਿੱਤੀ ਸਥਿਤੀ ਪਤਾ ਲੱਗਦੀ ਹੈ ਕਿ ਵਪਾਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ। ਫਾਈਨੈਂਸ਼ੀਅਲ ਪੋਜੀਸ਼ਨ ਤੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਫਾਈਨੈਂਸ਼ੀਅਲ ਪੋਜੀਸ਼ਨ ਦੇਖਣੀ ਆ, ਉਹ ਇੱਕ ਨਿਸ਼ਚਿਤ ਤਾਰੀਖ ਨੂੰ ਦੇਖੀ ਜਾਵੇਗੀ। ਉਹ ਨਿਸ਼ਚਿਤ ਤਾਰੀਖ ਕੀ ਆ? ਫਾਈਨੈਂਸ਼ੀਅਲ ਈਅਰ ਦਾ ਐਂਡ। ਉਹ ਐਂਡ ਕੀ ਆ? 31 ਮਾਰਚ। ਤੋਂ 31 ਮਾਰਚ ਨੂੰ ਤੁਸੀਂ ਬੈਲੈਂਸ ਸ਼ੀਟ ਬਣਾ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਾਡੀਆਂ ਲਾਇਬਿਲਿਟੀਜ਼ ਕਿੰਨੀਆਂ ਨੇ, ਸਾਡੀਆਂ ਐਸੈਟਸ ਕਿੰਨੀਆਂ ਨੇ, ਸਾਡੀ ਕੈਪੀਟਲ ਕਿੰਨੀਆਂ, ਕਿੰਨੇ ਅਸੀਂ ਲੈਣੇ ਨੇ, ਕਿੰਨੇ ਅਸੀਂ ਦੇਣੇ ਨੇ। ਇਹ ਸਾਰੀ ਫਾਈਨੈਂਸ਼ੀਅਲ ਪੋਜੀਸ਼ਨ ਦਾ ਗਿਆਨ ਤੁਹਾਨੂੰ ਕਿੱਥੋਂ ਹੁੰਦਾ?
ਜੇਕਰ ਤੁਸੀਂ ਅਕਾਊਂਟਿੰਗ ਰੱਖੀ ਹੋਈ ਹੈ। ਸੱਜੇ ਹੱਥ ਸਾਰੀਆਂ ਐਸੈਟਸ ਆ ਜਾਣਗੀਆਂ ਬੈਲੈਂਸ ਸ਼ੀਟ ਦੇ, ਖੱਬੇ ਹੱਥ ਵਾਲਾ ਜਿਹੜਾ ਹਿੱਸਾ ਹੁੰਦਾ ਉਹ 'ਚ ਤੁਹਾਡੀ ਕੈਪੀਟਲ ਆਉਂਦੀ ਹੈ ਤੇ ਨਾਲ ਲਾਇਬਿਲਿਟੀਜ਼ ਆ ਜਾਂਦੀਆਂ। ਹੁਣ ਅਸੀਂ ਦੇਖਾਂਗੇ ਲਿਮਿਟੇਸ਼ਨਸ ਆਫ ਅਕਾਊਂਟਿੰਗ, ਇਹਦੀਆਂ ਸੀਮਾਵਾਂ ਕੀ ਨੇ, ਕਿਉਂਕਿ ਐਡਵਾਂਟੇਜਸ ਨੇ ਸਾਨੂੰ ਇਹ ਤਾਂ ਦੱਸਤਾ ਕਿ ਆਹ ਫਾਇਦੇ ਨੇ, ਪਰ ਸਾਨੂੰ ਇਹ ਕਿਤੇ ਵੀ ਨਹੀਂ ਦੱਸਿਆ ਕਿ ਇਹਦੀਆਂ ਸੀਮਾਵਾਂ ਕੀ ਨੇ, ਕਮੀਆਂ ਕੀ ਨੇ, ਖਾਮੀਆਂ ਕੀ ਨੇ। ਸੋ ਅਕਾਊਂਟਿੰਗ ਜਿਹੜੀ ਅਸੀਂ ਪੜ੍ਹ ਰਹੇ ਹਾਂ ਵਰਤਾਂਗੇ, ਉਹਦੀ ਪਹਿਲੀ ਲਿਮਿਟੇਸ਼ਨ ਹੈ ਪਰਮਿਟਸ ਆਲਟਰਨੇਟਿਵ ਟਰੀਟਮੈਂਟਸ। ਆਲਟਰਨੇਟਿਵ ਟਰੀਟਮੈਂਟ ਕੀ ਆ ਕਿ ਇੱਕੋ ਸਿਚੁਏਸ਼ਨ 'ਚ ਅਸੀਂ 2 ਜਾਂ 3 ਕਿਸਮ ਦੀ ਗੱਲ ਕਰ ਸਕਦੇ ਹਾਂ। ਕਿਵੇਂ ਆ ਕਿ ਜਿਹੜੀ ਅਕਾਊਂਟਿੰਗ ਹੈਗੀ ਆ ਉਹ ਕੁਝ ਕਨਸੈਪਟਸ ਦੇ ਆਧਾਰਿਤ ਆ, ਕੁਝ ਪ੍ਰਿੰਸੀਪਲਸ ਦੇ ਆਧਾਰਿਤ ਆ। ਮੈਂ ਪਹਿਲਾਂ ਵੀ ਦੱਸਿਆ ਸੀ ਔਰ ਅੱਗੇ ਅਸੀਂ ਡਿਟੇਲ 'ਚ ਵੀ ਪੜ੍ਹਾਂਗੇ। ਔਰ ਉਹ ਪ੍ਰਿੰਸੀਪਲਸ ਜਿਹੜੇ ਨੇ ਉਹ ਐਗਜ਼ਿਸਟ ਤਾਂ ਕਰਦੇ ਨੇ, ਪਰ ਉਹਨਾਂ ਦੇ ਵਿੱਚ ਇੰਨਾ ਕੁ ਵੇਰੀਏਸ਼ਨ ਹੈਗੀ ਆ ਕਿ ਸਾਨੂੰ ਇਹ ਜਿਹੜਾ ਹੈ ਕੋਈ ਇੱਕ ਬੰਦਾ ਕੋਈ ਹੋਰ ਵਰਤ ਸਕਦਾ, ਦੂਜਾ ਕੋਈ ਹੋਰ ਵਰਤ ਸਕਦਾ। ਜਿਵੇਂ ਜਿਹੜੀਆਂ ਆਪਣਾ ਵਪਾਰ ਦਾ ਸਟਾਕ ਹੁੰਦਾ, ਸਟਾਕ ਦੀ ਵੈਲਿਊਏਸ਼ਨ ਕਰਨੀ ਆ, ਸਾਡੇ ਕੋਲ ਕਈ ਮੈਥਡ ਨੇ। ਇੱਕ ਮੈਥਡ ਹੈਗਾ ਫਸਟ ਇਨ ਫਸਟ ਆਊਟ, ਕਿ ਜਿਹੜਾ ਪਹਿਲਾ ਸਟਾਕ ਆਇਆ ਉਹਨੂੰ ਪਹਿਲਾਂ ਐਂਟਰੀ ਪਾਵਾਂਗੇ। ਇੱਕ ਹੈਗਾ ਲੀਫੋ, ਲਾਸਟ ਇਨ ਫਸਟ ਆਊਟ। ਹੁਣ ਇਸ 'ਚ ਕੀ ਆ, ਕੋਈ ਫੀਫੋ ਵੀ ਵਰਤ ਸਕਦਾ, ਕੋਈ ਲੀਫੋ ਵੀ ਵਰਤ ਸਕਦਾ। ਭਾਵ ਕੀ ਆ ਕਿ ਇਹ ਇੱਕ ਸੰਭਾਵਨਾ ਬਣ ਗਈ ਕਿ ਆਲਟਰਨੇਟਿਵ ਟਰੀਟਮੈਂਟ ਕੀਤੀ ਜਾ ਸਕਦੀ ਆ, ਵੱਖ-ਵੱਖ ਵਿਕਲਪ ਜਿਹੜੇ ਨੇ ਉਹ ਵਰਤੇ ਜਾ ਸਕਦੇ ਨੇ। ਦੂਜਾ ਹੈਗਾ ਇਨਫਲੂਐਂਸਡ ਬਾਏ ਪਰਸਨਲ ਜੱਜਮੈਂਟਸ, ਤੁਹਾਡੀ ਨਿੱਜੀ ਜੱਜਮੈਂਟ ਭਾਰੂ ਹੋ ਸਕਦੀ ਆ, ਕਿਉਂਕਿ ਜਿਹੜੀ ਆਬਜੈਕਟਿਵਿਟੀ ਦੀ ਕਨਵੈਨਸ਼ਨ ਇਸ 'ਚ ਆਉਂਦੀ ਆ ਕਿ ਸਾਰਾ ਕੁਝ ਆਬਜੈਕਟਿਵ ਹੋਊਗਾ, ਨਹੀਂ ਹੋਊ, ਕਿਉਂਕਿ ਅਕਾਊਂਟਿੰਗ ਬਣਾਉਣੀ ਕਿਹਨੇ ਆ, ਅਕਾਊਂਟੈਂਟਸ ਨੇ। ਅਕਾਊਂਟੈਂਟਸ ਦੀ ਪਰਸਨਲ ਜੱਜਮੈਂਟ ਭਾਰੂ ਹੋ ਸਕਦੀ ਹੈ। ਕਿਵੇਂ? ਕੋਈ ਅਕਾਊਂਟੈਂਟ ਇਹ ਸੋਚ ਸਕਦਾ ਕਿ ਇਹ ਤੋਂ ਇੰਨਾ ਵੱਧ ਮੁਨਾਫਾ ਹੋ ਸਕਦਾ, ਕਿਸੇ ਤੋਂ ਘੱਟ ਹੋ ਸਕਦਾ। ਇੱਦਾਂ ਹੀ ਜਿਹੜੀਆਂ ਫਿਕਸਡ ਐਸੈਟਸ ਨੇ, ਅਸੀਂ ਮੰਨ ਕੇ ਚੱਲਦੇ ਹਾਂ ਕਿ ਫਿਕਸਡ ਐਸੈਟ ਲੰਮੇ ਸਮੇਂ ਲਈ ਵਰਤੀਆਂ ਜਾਣਗੀਆਂ, ਪਰ ਜਦੋਂ ਡੈਪਰੀਸੀਏਸ਼ਨ ਲਾਉਂਦੇ ਆ ਉਦੋਂ ਅਸੀਂ ਮੰਨਦੇ ਹਾਂ ਕਿ ਇਸ ਦੀ ਯੂਜ਼ਫੁਲ ਲਾਈਫ ਕੱਢੀ ਜਾਵੇ। ਯੂਜ਼ਫੁਲ ਲਾਈਫ ਕੀ ਆ ਕਿ ਸਪੋਜ਼ ਤੁਸੀਂ ਫਰਨੀਚਰ ਲਿਆਂਦਾ, ਅਸੀਂ ਮੰਨ ਲਿਆ ਕਿ ਇਹ ਫਰਨੀਚਰ 5 ਸਾਲ ਚੱਲੂਗਾ, ਇਸ ਕਰਕੇ ਇਹਨੂੰ 5 ਸਾਲਾਂ 'ਚ ਖਤਮ ਕਰ ਦਿਓ। ਦੂਜਾ ਅਕਾਊਂਟੈਂਟ ਕਹਿੰਦਾ ਨਹੀਂ ਇਹ 7 ਸਾਲ ਚੱਲੂਗਾ, ਤੀਜਾ ਕਹਿੰਦਾ 6 ਸਾਲ ਚੱਲੂਗਾ। ਤਾਂ ਇਹਦਾ ਮਤਲਬ ਜਿਹੜੀ ਪਰਸਨਲ ਜੱਜਮੈਂਟ ਹੈ ਉਹ ਭਾਰੂ ਹੋ ਜਾਂਦੀ ਆ। ਅਜਿਹੀਆਂ ਸਥਿਤੀਆਂ ਦੇ ਵਿੱਚ ਆਬਜੈਕਟਿਵਿਟੀ ਨਹੀਂ ਆ ਸਕਦੀ। ਬਿਲਕੁਲ ਐਂ ਨਹੀਂ ਹੋ ਸਕਦਾ ਕਿ ਸਾਰੇ ਥਾਂ ਤੇ ਇੱਕੋ ਨਿਯਮ ਹੋਵੇ। ਇਹ ਇਹਦੀ ਦੂਜੀ ਲਿਮਿਟੇਸ਼ਨ ਹੈਗੀ ਹੈ। ਤੀਜੀ ਕਹਿੰਦਾ ਇਗਨੋਰਸ ਨਾਨ ਮੋਨੇਟਰੀ ਇਨਫੋਰਮੇਸ਼ਨ। ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਅਕਾਊਂਟਿੰਗ 'ਚ ਕਿ ਅਕਾਊਂਟਿੰਗ 'ਚ ਕਿਹੜੀਆਂ ਟ੍ਰਾਂਜੈਕਸ਼ਨਸ ਆਉਂਦੀਆਂ ਨੇ, ਸਿਰਫ ਉਹੀ ਆਉਂਦੀਆਂ ਨੇ ਜਿਨ੍ਹਾਂ ਨੂੰ ਪੈਸੇ ਜਾਂ ਪੈਸੇ ਦੇ ਰੂਪ ਵਿੱਚ ਮਾਪਿਆ ਜਾ ਸਕਦਾ। ਜਿਹਨੂੰ ਪੈਸੇ ਜਾਂ ਪੈਸੇ ਦੇ ਰੂਪ ਵਿੱਚ ਨਹੀਂ ਮਾਪਿਆ ਜਾ ਸਕਦਾ ਉਹ ਟ੍ਰਾਂਜੈਕਸ਼ਨ ਆਉਣੀ ਨਹੀਂ। ਕਿਵੇਂ? ਬੜੀ ਕਮਿਟਮੈਂਟ ਹੈ, ਓਨੈਸਟੀ ਹੈ, ਡੈਡੀਕੇਸ਼ਨ ਹੈ, ਟੈਕਨੀਕਲ ਸਕਿੱਲ ਨੇ, ਕੋਈ ਹੁਨਰ ਨੇ, ਇਹ ਕਿਤੇ ਵੀ ਰਿਕਾਰਡ ਨਹੀਂ ਹੋ ਰਹੇ। ਜਦੋਂ ਕਿ ਬਿਜ਼ਨਸ ਨੂੰ ਇਹ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੇ ਨੇ ਕਿ ਕੋਈ ਬੰਦਾ ਕਿੰਨਾ ਕੁ ਟੈਲੈਂਟਡ ਆ। ਹੁਣ ਟੈਲੈਂਟ ਨੂੰ ਅਕਾਊਂਟਿੰਗ ਕਿਤੇ ਵੀ ਰਿਕਾਰਡ ਨਹੀਂ ਕਰਦੀ। ਸਾਰਾ ਜਿਹੜਾ ਇੰਪੋਰਟੈਂਟ ਪੱਖ ਆ ਇਹ ਨਾਨ ਮੋਨੇਟਰੀ, ਮਤਲਬ ਜਿਹ 'ਚ ਪੈਸਾ ਨਹੀਂ ਇਨਵੋਲਵਡ, ਉਹ ਪੱਖ ਪੂਰੀ ਤਰ੍ਹਾਂ ਅਕਾਊਂਟਿੰਗ ਦੁਆਰਾ ਇਗਨੋਰ ਕੀਤਾ ਜਾਂਦਾ। ਨੈਕਸਟ ਆ ਡਜ਼ ਨਾਟ ਪ੍ਰੋਵਾਈਡ ਟਾਈਮਲੀ ਇਨਫੋਰਮੇਸ਼ਨ, ਕਿ ਜਿਹੜੀ ਅਕਾਊਂਟਿੰਗ ਆ ਉਹ ਸਾਨੂੰ ਸਮੇਂ ਤੇ ਸੂਚਨਾ ਨਹੀਂ ਦਿੰਦੀ, ਐਂਡ ਤੇ ਦਿੰਦੀ ਆ। ਕਦੋਂ? ਜਿਹੜਾ ਪ੍ਰੋਫਿਟ ਐਂਡ ਲਾਸ ਆ ਸਾਲ ਦੇ ਐਂਡ ਤੇ ਬਣਾਉਣੇ ਆ, ਤੇ ਜਿਹੜੀ ਬੈਲੈਂਸ ਸ਼ੀਟ ਆ 31 ਮਾਰਚ ਨੂੰ ਬਣਾਉਣੇ ਆ, ਪੂਰੇ ਸਾਲ ਲਈ ਉਹ ਬਣਾਉਣੇ ਆ, ਤੇ 31 ਮਾਰਚ ਨੂੰ ਉਹ ਬਣਾਉਣੇ ਆ। ਉਹ ਕਹਿੰਦੇ ਜੀ ਇਹ ਕੀ ਹੈ, ਤਾਂ ਬੇਸਿਕਲੀ ਪੋਸਟ ਮਾਰਟਮ ਆ। ਸਪੋਜ਼ ਘਾਟਾ ਪੈ ਗਿਆ, ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗ ਰਿਹਾ। ਪਤਾ ਕਦੋਂ ਲੱਗੂ? ਜਾ ਕੇ ਜਦੋਂ ਅਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਵਾਂਗੇ। ਤੇ ਕਹਿੰਦੇ ਉਦੋਂ ਫਾਇਦਾ ਕੀ ਹੈ? ਐਂਡ ਦੇ ਉੱਤੇ ਜੇ ਪਤਾ ਲੱਗਿਆ ਤਾਂ ਲੱਗਿਆ, ਫਾਇਦਾ ਕੀ ਹੋਇਆ? ਇਹ ਤਾਂ ਕਹਿੰਦੇ ਪੋਸਟ ਮਾਰਟਮ ਆ ਚੀਜ਼ਾਂ ਦਾ, ਇਸ ਕਰਕੇ ਇਸ ਤੋਂ ਸਾਨੂੰ ਇਹ ਕੁਝ ਵੀ ਪਤਾ ਨਹੀਂ ਲੱਗਦਾ, ਕਿਉਂਕਿ ਟਾਈਮਲੀ ਇਨਫੋਰਮੇਸ਼ਨ ਨਹੀਂ ਦਿੰਦੀ। ਬਟ ਪਿਆਰੇ ਵਿਦਿਆਰਥੀਓ, ਮੈਂ ਇੱਥੇ ਦੱਸਣਾ ਚਾਹਾਂਗਾ ਇਹ ਲਿਖਤੀ ਕਿਤਾਬਾਂ ਦੇ ਸੰਦਰਭ 'ਚ ਆ। ਜਿਨ੍ਹਾਂ ਲੋਕਾਂ ਨੇ ਕੰਪਿਊਟਰ ਤੇ ਅਕਾਊਂਟਿੰਗ ਮੇਨਟੇਨ ਕੀਤੀ ਹੋਈ ਹੈ, ਜਿਹੜੇ ਕੰਪਿਊਟਰ ਦੇ ਸੌਫਟਵੇਅਰਸ ਰਾਹੀਂ ਕਰਦੇ ਆ, ਉਹਨਾਂ ਨੂੰ ਐਵਰੀਡੇ ਇਨਫੋਰਮੇਸ਼ਨ ਹੁਣ ਮਿਲਣ ਲੱਗ ਪਈ। ਪਰ ਕਿਉਂਕਿ ਤੁਸੀਂ ਅਜੇ ਸਿਰਫ ਤੇ ਸਿਰਫ ਕਿਤਾਬੀ ਜਿਹੜੀਆਂ ਬੁੱਕਸ ਨੇ ਉਹਨਾਂ ਦੀ ਅਕਾਊਂਟਿੰਗ ਬਾਰੇ ਪੜ੍ਹਨਾ, ਇਸ ਕਰਕੇ ਉੱਥੇ ਲਿਮਿਟੇਸ਼ਨ ਬਣਦੀ ਹੈ ਕਿ ਸਮੇਂ ਸਿਰ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ। ਨੈਕਸਟ ਆ ਡਜ਼ ਨਾਟ ਪ੍ਰੋਵਾਈਡ ਡਿਟੇਲਡ ਐਨਾਲਿਸਿਸ, ਸਾਨੂੰ ਵਿਸਤ੍ਰਿਤ ਵਿਸ਼ਲੇਸ਼ਣ ਨਹੀਂ ਦਿੰਦੀ। ਸਾਨੂੰ ਬਰੀਫ 'ਚ ਦੱਸਤਾ, ਸਮਰੀ ਦੇਤੀ, ਕੁੱਲ ਇੰਨੀ ਸੇਲ ਹੋਈ, ਕੁੱਲ ਇੰਨੀ ਪਰਚੇਜ਼ ਹੋਈ, ਕੁੱਲ ਇੰਨੇ ਖਰਚੇ ਹੋਏ, ਉਹ ਤਾਂ ਵਿਸਤ੍ਰਿਤ ਨਹੀਂ। ਸਪੋਜ਼ ਅਸੀਂ 5 ਕਿਸਮ ਦੀਆਂ ਚੀਜ਼ਾਂ ਵੇਚ ਰਹੇ ਹਾਂ, ਕਿਹੜੀ ਚੀਜ਼ ਤੋਂ ਵੱਧ ਫਾਇਦਾ ਹੋਇਆ ਸਾਨੂੰ ਕਿਤੇ ਨਹੀਂ ਪਤਾ ਲੱਗਦਾ, ਕਿਹੜੀ ਤੋਂ ਘੱਟ ਹੋਇਆ ਨਹੀਂ ਪਤਾ ਲੱਗ ਰਿਹਾ, ਕਿਹੜੀ ਇੱਕ ਤੋਂ ਹੋ ਸਕਦਾ ਇੱਕ ਚੀਜ਼ ਸਾਡੀ ਘਾਟੇ 'ਚ ਜਾ ਰਹੀ ਹੋਵੇ, ਦੂਜੀ ਤੋਂ ਵੱਧ ਪ੍ਰੋਫਿਟ ਹੋਵੇ, ਇੱਕ ਦਾ ਘਾਟਾ ਉਹਦੇ 'ਚ ਫਸ ਜੇ। ਇਹ ਕਿਤੇ ਵੀ ਸਾਨੂੰ ਬਰੀਕ ਵਿਸ਼ਲੇਸ਼ਣ ਅਕਾਊਂਟਿੰਗ ਨਹੀਂ ਦਿੰਦੀ, ਡਿਟੇਲਡ ਇਨਫੋਰਮੇਸ਼ਨ ਸਾਨੂੰ ਅਕਾਊਂਟਿੰਗ ਜਿਹੜੀ ਆ ਨਹੀਂ ਦਿੰਦੀ।
ਨੈਕਸਟ ਹੈ ਡਜ਼ ਨਾਟ ਡਿਸਕਲੋਜ਼ ਦਾ ਪ੍ਰੈਜ਼ੈਂਟ ਵੈਲਿਊ ਆਫ ਬਿਜ਼ਨਸ। ਇਸ ਤੋਂ ਕੀ ਭਾਵ ਹੈ, ਬੜਾ ਕਮਾਲ ਦਾ ਪੁਆਇੰਟ ਆ। ਪ੍ਰੈਜ਼ੈਂਟ ਵੈਲਿਊ ਕੀ ਹੈ, ਕਿਉਂਕਿ ਅਸੀਂ ਅਕਾਊਂਟਿੰਗ ਦੇ ਵਿੱਚ ਜੋ ਵੀ ਕੁਝ ਰਿਕਾਰਡ ਕਰਦੇ ਆ ਉਹ ਹਿਸਟੋਰੀਕਲ ਕਾਸਟ ਤੇ ਕਰਦੇ ਆ। ਹਿਸਟੋਰੀਕਲ ਕਾਸਟ ਕੀ, ਜਿੰਨਾ ਅਸੀਂ ਸਪੈਂਡ ਕੀਤਾ, ਜਿੰਨਾ ਅਸੀਂ ਖਰਚਾ ਕੀਤਾ, ਉਹਦੀਆਂ ਐਂਟਰੀਆਂ ਕਰਕੇ ਅਸੀਂ ਕਿਤਾਬਾਂ 'ਚ ਦਰਜ ਕਰ ਲੈਂਦੇ ਆ। ਪ੍ਰੈਜ਼ੈਂਟ ਵੈਲਿਊ ਕੀ ਆ, ਕੀਮਤਾਂ ਦੇ ਵਧਣ ਨਾਲ, ਇਨਫਲੇਸ਼ਨ ਜਿਹਨੂੰ ਕਹਿੰਦੇ ਆ, ਇਨਫਲੇਸ਼ਨ ਨਾਲ ਤੁਹਾਡੀਆਂ ਚੀਜ਼ਾਂ ਦੇ ਮੁੱਲ ਵਿੱਚ ਤਬਦੀਲੀ ਆਏਗੀ। ਤੁਹਾਨੂੰ ਅਕਾਊਂਟਿੰਗ ਇਹ ਕਿਤੇ ਨਹੀਂ ਦੱਸਦੀ ਕਿ ਤੁਹਾਡੇ ਬਿਜ਼ਨਸ ਦੀ ਪ੍ਰੈਜ਼ੈਂਟ ਵੈਲਿਊ ਕੀ ਹੈ। ਇਹ ਤੁਹਾਨੂੰ ਹਿਸਟੋਰੀਕਲ ਤਾਂ ਦੱਸ ਸਕਦੀ ਆ, ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਤੋਂ ਤੁਹਾਨੂੰ ਕਾਸਟ ਦਾ ਪਤਾ ਲੱਗ ਜਾਏਗਾ, ਕਰੰਟ ਵੈਲਿਊ ਜਿਹੜੀ ਨਹੀਂ ਦੱਸੇਗੀ। ਇਹਦਾ ਇਲਾਜ ਕੀ ਆਇਆ ਸੀਗਾ, ਇੱਕ ਨਵੀਂ ਅਕਾਊਂਟਿੰਗ ਜਿਹਦਾ ਮੈਂ ਜ਼ਿਕਰ ਵੀ ਕੀਤਾ ਸੀ, ਇਨਫਲੇਸ਼ਨ ਅਕਾਊਂਟਿੰਗ ਸ਼ੁਰੂ ਹੋਈ ਆ, ਪਰ ਉਹ ਬਹੁਤ ਵੱਡੇ ਅਦਾਰਿਆਂ ਨੇ ਇਨਫਲੇਸ਼ਨ ਅਕਾਊਂਟਿੰਗ ਨੂੰ ਅਡਾਪਟ ਕੀਤਾ। ਜਿਹੜੇ ਆਮ ਬਿਜ਼ਨਸ ਨੇ ਉਹਨਾਂ ਵਿੱਚ ਇਨਫਲੇਸ਼ਨ ਅਕਾਊਂਟਿੰਗ ਜਿਹੜੀ ਆ ਵਰਤੀ ਨਹੀਂ ਜਾ ਰਹੀ। ਸੋ ਦਿਸ ਇਜ਼ ਆਲ ਅਬਾਊਟ ਦਾ ਲਿਮਿਟੇਸ਼ਨਸ। ਸੋ ਇਸ ਲੈਕਚਰ ਵਿੱਚ ਸਿਰਫ ਇੰਨਾ ਹੀ, ਐਡਵਾਂਟੇਜਸ ਤੇ ਲਿਮਿਟੇਸ਼ਨਸ। ਉਡੀਕ ਕਰੋ ਅਗਲੇ ਲੈਕਚਰ ਦੀ, ਅਗਲਾ ਟੌਪਿਕ ਸਮਝਣ ਲਈ, ਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸਿਰਜਣਾ TV, ਤਾਂ ਜੋ ਤੁਹਾਨੂੰ ਨਵੀਆਂ ਹੋਰ ਅਕਾਊਂਟਿੰਗ ਨਾਲ ਸੰਬੰਧਿਤ ਵੀਡੀਓਜ਼ ਉਪਲਬਧ ਹੋਣ। ਇਸ ਤੋਂ ਇਲਾਵਾ ਮੋਟੀਵੇਸ਼ਨ ਅਤੇ ਹੋਰ ਗਿਆਨਵਰਧਕ ਵੀਡੀਓਜ਼ ਦੇਖਣ ਲਈ ਤੁਸੀਂ ਤੁਰੰਤ ਸਬਸਕ੍ਰਾਈਬ ਕਰੋ ਸਿਰਜਣਾ TV YouTube ਦੇ ਉੱਪਰ। ਥੈਂਕ ਯੂ ਵੈਰੀ ਮੱਚ। ਧੰਨਵਾਦ। ਗੋਡ ਬਲੈਸ ਯੂ ਆਲ।